ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਆ ਵੀ ਲਾਈਵ ਸਾਰੀ ਸੁਣਿਓ, ਸੁਣ ਕੇ ਗੌਰ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਕੁਝ ਜ਼ਰੂਰੀ ਗੱਲਾਂ ਕਰਨੀਆਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਆ, ਉਹ ਗੱਲਾਂ ਕਰਾਂਗੇ ਕਿਉਂਕਿ ਸਮਾਂ ਬਹੁਤ ਥੋੜਾ ਹੈਗਾ ਇਲੈਕਸ਼ਨਾਂ ਕਰਕੇ। ਇਹ ਬੇਨਤੀਆਂ ਪੰਜਾਬ ਦੇ ਵਸਨੀਕਾਂ ਨੂੰ ਵੀ ਆ ਤੇ ਸ੍ਰੀ ਤਰਨਤਾਰਨ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਜਿਹੜੇ ਮੈਨੂੰ ਪਿੰਡ ਪੈਂਦੇ ਆ ਉਹਨਾਂ ਲਈ ਵੀ ਆ। ਦੇਖੋ ਜੀ, ਇਲੈਕਸ਼ਨਾਂ ਦਾ ਜ਼ੋਰ ਆ ਤੇ 20 ਤਰੀਕ ਨੂੰ ਵੋਟਾਂ। ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ, ਪਰ ਆਪਾਂ ਕੁਝ ਜ਼ਰੂਰੀ ਗੱਲਾਂ ਕਰਾਂਗੇ ਜਿਨ੍ਹਾਂ ਨਾਲ ਧਿਆਨ ਰੱਖਣਾ। ਪਹਿਲੀ ਗੱਲ ਤਾਂ ਇਹ ਆ ਵੀ ਸਾਨੂੰ ਸਮਝ ਲੈਣਾ ਚਾਹੀਦਾ ਵੀ 70-75 ਸਾਲ ਸਾਨੂੰ ਆਜ਼ਾਦ ਹੋਇਆ ਨੂੰ, ਇਸ ਦੇਸ਼ ਨੂੰ ਆਜ਼ਾਦ ਹੋਇਆ ਨੂੰ ਹੋਏ ਆ। ਸਿੱਖ ਗੁਲਾਮ ਹੋ ਗਏ ਸੀਗੇ ਉਦੋਂ। ਜਿਹੜਾ ਵੀ ਮੰਤਰੀ MLA ਜਾਂ ਕੋਈ ਬੰਦਾ ਵੋਟ ਮੰਗਣ ਆਉਂਦਾ, ਤੁਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਆ, ਤੁਸੀਂ ਹਾਰ ਪਾਉਂਦੇ ਆ, ਸਰੋਪੇ ਪਾਉਂਦੇ ਆ, ਲੱਡੂਆਂ ਨਾਲ ਤੋਲਦੇ ਆ। ਕਿਹੜੀ ਗੱਲੋਂ ਵੀ? ਉਹਨਾਂ ਨੇ ਕੀ ਕਰਤਾ? ਕਦੇ ਸੋਚਿਆ ਇਹਨਾਂ ਸਾਲਾਂ ਦੇ ਵਿੱਚ ਆਪਣੇ ਨਾਲ ਕੀ ਕੁਛ ਹੋਇਆ? ਧਿਆਨ ਨਾਲ ਸੋਚੋ। ਚਾਹੇ ਤੁਸੀਂ ਕੱਟੜ ਅਕਾਲੀ ਆ, ਕੱਟੜ ਕਾਂਗਰਸੀ ਆ, ਆਮ ਆਦਮੀ ਪਾਰਟੀ ਦਾ ਝਾੜੂ ਚੱਕ ਲਿਆ, ਕਦੇ ਸੋਚੋ ਅਸੀਂ ਤੁਹਾਨੂੰ ਯਾਦ ਕਰਾ ਦਈਏ। ਇੱਕ ਗੱਲ ਯਾਦ ਰੱਖਿਓ, ਅਸੀਂ ਜਿਉਂਦੇ ਨੂੰ ਮਰਿਆ ਨਹੀਂ ਕਰ ਸਕਦੇ, ਪਰ ਸੁੱਤੇ ਪਿਆਂ ਨੂੰ ਜਗਾਉਣ ਆਏ ਆ। ਨੌਜਵਾਨ ਮਾਝੇ ਦੇ, ਪਰਿਵਾਰ ਮਾਝੇ ਦੇ ਤੇ ਪੰਜਾਬ ਦੇ ਲੋਕ ਸੋਚਣ, ਕਿਉਂਕਿ ਵੀਡੀਓ ਸਾਰਿਆਂ ਲਈ ਆ। ਕਾਂਗਰਸ ਸਰਕਾਰ, ਅਕਾਲੀ ਦਲ, ਝਾੜੂ ਵਾਲੇ, ਆਮ ਆਦਮੀ ਵਾਲੇ ਬਾਅਦ ਚ ਆਏ, ਇਹਨਾਂ ਦੀ ਆਪਾਂ ਬਾਅਦ ਚ ਗੱਲ ਕਰਾਂਗੇ। ਜਦੋਂ ਕੋਈ ਲੀਡਰ ਆ ਕੇ ਤੁਹਾਨੂੰ ਇਹ ਗੱਲ ਕਹਿੰਦਾ ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਨੂੰ ਉਹ ਦੇਵਾਂਗੇ, ਗਲੀਆਂ ਨਾਲੀਆਂ ਪੱਕੀਆਂ ਕਰਾ ਦਾਂਗੇ, ਪੜ੍ਹਾਈ ਦੇਵਾਂਗੇ, ਉਹ ਸਿਰਫ ਵੋਟਾਂ ਕਰਕੇ ਆ। ਊਂ ਕੁਛ ਨਹੀਂ ਦੇਣਾ ਇਹਨਾਂ ਨੇ। ਤੁਹਾਨੂੰ ਵਧੀਆ ਸਕੂਲ ਕਾਲਜ ਦੇਵਾਂਗੇ, ਤੁਹਾਨੂੰ ਪੈਨਸ਼ਨਾਂ ਲਾਵਾਂਗੇ, ਤੁਹਾਨੂੰ ਆਟਾ ਦਾਲ ਸਕੀਮ ਦੇਵਾਂਗੇ। ਇਹ ਤਾਂ ਸਾਰੇ MLA ਲੀਡਰਾਂ ਦਾ ਫਰਜ਼ ਆ ਤੇ ਸਾਰੇ ਹੀ ਕਰਦੇ ਆ। ਇਹ ਕੋਈ ਕਹਿ ਨਹੀਂ ਸਕਦਾ ਮੈਂ ਕਰੂੰਗਾ। ਫਰਜ਼ ਆ ਸਾਰਿਆਂ ਦਾ, ਕਰਨਾ ਚਾਹੀਦਾ, ਪਰ ਕਰਦੇ ਨਹੀਂ ਇਹ ਲੋਕ। ਪਰ ਕਦੇ ਕਿਸੇ ਨੇ ਇਹ ਗੱਲ ਆਖੀ ਆ ਵੀ ਤੁਹਾਡੇ ਬੱਚੇ ਸਕੂਲਾਂ ਨੂੰ ਜਾਂਦੇ ਆ, ਟਿਊਸ਼ਨਾਂ ਨੂੰ ਜਾਂਦੇ ਆ, ਉਹ ਚਾਹੇ ਮੁੰਡਾ ਹੈ ਚਾਹੇ ਕੁੜੀ ਆ, ਉਹ ਆਉਂਦੇ ਜਾਂਦੇ ਕਿਡਨੈਪ ਹੋ ਜਾਂਦੇ ਆ, ਮੁੜ ਕੇ ਕੋਈ ਸਾਰ ਨਹੀਂ ਲੈਂਦਾ। ਕਦੇ ਕਿਸੇ ਨੂੰ ਪੁੱਛਿਆ ਵੀ ਸਾਡੇ ਪਰਿਵਾਰਾਂ ਦੇ ਬੱਚੇ ਸੇਫ ਹੋਣਗੇ ਤੁਹਾਡੇ ਰਾਜ 'ਚ? ਸਾਡੀਆਂ ਜਵਾਨ ਧੀਆਂ ਭੈਣਾਂ ਘਰੋਂ ਪੜ੍ਹਨ ਨਿਕਲਦੀਆਂ, ਪਿੰਡ 'ਚ ਕੋਈ ਕੰਮ ਜਾਂਦੀਆਂ, ਮੰਡੀਰ ਆਉਂਦੀ ਆ, ਗੱਡੀ 'ਚ ਚੱਕ ਕੇ ਲੈ ਜਾਂਦੀ ਆ, ਤੇ ਦੂਜੇ ਦਿਨ ਅਖਬਾਰ 'ਚ ਖਬਰ ਆਉਂਦੀ ਆ ਵੀ ਚੱਲਦੀ ਹੋਈ ਗੱਡੀ ਦੇ ਵਿੱਚ ਸਮੂਹ ਬਲਾਤਕਾਰ ਹੋਇਆ। ਕਦੇ ਕਿਸੇ ਲੀਡਰ ਨੇ ਇਹ ਗੱਲ ਆਖੀ ਆ ਵੀ ਉਹ ਰੋਕ ਦਿਆਂਗੇ ਤੇ ਭੈਣਾਂ ਸੇਫ ਹੋਣਗੀਆਂ? ਤੁਹਾਨੂੰ ਲੱਖਾਂ ਕਰੋੜਾਂ ਰੁਪਈਆ ਤਾਂ ਰੁਜ਼ਗਾਰ ਵਜੋਂ ਮਿਲ ਜੂਗਾ, ਤੁਹਾਨੂੰ ਲਾਲਚ ਵਜੋਂ 5-5 ਹਜ਼ਾਰ ਰੁਪਈਆ ਵੋਟਾਂ ਪਿੱਛੇ ਮਿਲ ਜੂਗਾ, ਤੁਹਾਨੂੰ ਸ਼ਰਾਬ, ਚਿੱਟਾ, ਸਾਰਾ ਕੁਝ, ਫੀਮ, ਡੋਡੇ ਮਿਲ ਜੂਗੇ। ਪਰ ਕਦੇ ਪਰਿਵਾਰ ਬਾਰੇ ਸੋਚਿਆ ਵੀ ਇਹਨਾਂ ਦੇ ਰਾਜ ਵਿੱਚ ਅਸੀਂ ਸੇਫ ਹੋਵਾਂਗੇ? ਧਰਮ ਦੀ ਗੱਲ ਬਹੁਤ ਦੂਰ ਦੀ ਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਗੱਲ ਕਰਾਂਗੇ। ਕਾਂਗਰਸ ਸਰਕਾਰ ਸੀ, ਨੌਜਵਾਨੀ ਦਾ ਘਾਣ ਹੋ ਗਿਆ, ਸਾਡੇ ਤਖਤ ਢਾਏ ਗਏ, ਸਾਡੇ ਗੁਰੂ ਘਰਾਂ ਤੇ ਕਬਜ਼ ਹੋ ਗਏ, ਸਾਡੇ ਸਰੂਪਾਂ ਦੀ ਬੇਅਦਬੀ ਕੀਤੀ। ਅਕਾਲੀਆਂ ਨੇ ਵੀ ਕਰਵਾਈ ਆ, ਬਾਦਲ ਹੋਣਾ ਨੇ, ਬਰਗਾੜੀ ਕੀ ਨਹੀਂ ਕੀਤਾ। ਇਹ ਬੰਦੇ ਕਾਲੀ, ਕਾਂਗਰਸੀ, ਬਾਦਲ ਹੋਣੀ, ਤੱਕੜੀ ਤੇ ਪੰਜੇ ਵਾਲੇ, ਇਹਨਾਂ ਨੇ ਸੌਦਾ ਸਾਧਨਾ ਸਮਝੌਤੇ ਕੀਤੇ, ਇਹਨਾਂ ਨੇ ਉਹਨੂੰ ਮਾਫੀ ਦਿੱਤੀ। ਸ਼ਿਵ ਸੈਨਾ ਨਾਲ ਗੱਠਜੋੜ ਕੀਤਾ। ਸ਼ਿਵ ਸੈਨਾ ਉਹ ਆ ਜਿਹੜੇ 24 ਘੰਟੇ ਸ਼ਹੀਦਾਂ ਨੂੰ ਗਾਲਾਂ ਕੱਢਦੇ, ਸਾਡਿਆਂ ਨੂੰ, ਸਾਡੇ ਲੰਗਰਾਂ ਨੂੰ ਤੇ ਬੈਨ ਲਵਾਉਣਾ ਚਾਹੁੰਦੇ ਆ, ਸਾਡੇ ਗੁਰੂ ਘਰਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ। ਕਹਿੰਦੇ ਪੁੱਛੋ ਸਿੱਖਾਂ ਕੋਲ ਇੰਨਾ ਪੈਸਾ ਆਇਆ ਕਿੱਥੋਂ ਆ? ਤੁਸੀਂ ਉਹਨਾਂ ਪਿੱਛੇ ਤੁਰਦੀ ਆ ਜਵਾਨੀ। ਕਦੇ ਤੁਸੀਂ ਇਹ ਸੋਚਿਆ ਵੀ ਜਿਹੜਾ ਬਾਰਡਰ ਤੋਂ ਚਿੱਟਾ ਟੱਪਦਾ ਉਹ ਇਹਨਾਂ ਦੇ ਰਾਜ 'ਚ ਟੱਪਦਾ ਤੇ ਸਾਡੀ ਜਵਾਨੀ ਦੇ ਇਹ ਰਗ-ਰਗ ਦੇ ਵਿੱਚ ਵਗਦਾ? ਕਦੇ ਉਹਨਾਂ ਭੈਣਾਂ ਨੂੰ ਪੁੱਛੋ, ਕਦੇ ਉਹ ਮਾਂ-ਪਿਓ ਨੂੰ ਪੁੱਛੋ ਜਿਨ੍ਹਾਂ ਦੇ ਭਰਾ ਅੱਜ ਚਿੱਟਾ ਨਸ਼ਾ ਲਾਉਂਦੇ ਆ। ਉਹ ਸਿਰਫ ਅਕਾਲੀ ਕਾਂਗਰਸੀਆਂ ਦੀ ਦੇਣ ਆ। ਹੁਣ ਤੱਕ 75 ਸਾਲਾਂ ਦੇ ਵਿੱਚ ਜਿੰਨੇ ਬਲਾਤਕਾਰ ਹੋਏ ਉਹ ਅਕਾਲੀ ਕਾਂਗਰਸ ਦੇ ਰਾਜ 'ਚ ਹੋਏ ਆ।
ਹੁਣ ਤੱਕ ਜੋ ਕੁਝ ਵੀ ਹੋਇਆ ਸਾਰਾ ਅਕਾਲੀ ਕਾਂਗਰਸ ਦੇ ਰਾਜ 'ਚ ਹੀ ਹੋਇਆ। ਕੀ ਨਹੀਂ ਹੋਇਆ? ਸਾਰਾ ਕੁਝ ਹੀ ਹੋਇਆ। ਪ੍ਰਾਪਤੀ ਕੋਈ ਨਹੀਂ। ਅਸੀਂ ਸਾਰੇ ਰਾਹ ਅਪਣਾ ਕੇ ਵੇਖ ਲਏ। ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਵੀ ਕੀਤਾ, ਸਿੱਖਾਂ ਨੇ ਧਰਨੇ ਵੀ ਲਾਏ, ਸਿੱਖਾਂ ਨੇ ਮਾਰਚ ਵੀ ਕੱਢੇ, ਸਿੱਖਾਂ ਨੇ ਕੀ ਨਹੀਂ ਕੀਤਾ, ਕੁਰਬਾਨੀਆਂ ਕਿੰਨੀਆਂ ਕੀਤੀਆਂ, ਪਰ ਸਾਨੂੰ ਸਾਡੇ ਹੱਕ ਨਹੀਂ ਮਿਲੇ ਤੇ ਨਾ ਹੀ ਅਸੀਂ ਰਾਜ ਦੇ ਕਾਬਿਲ ਹੋਏ। ਆਪਣੇ ਕੋਲ ਇੱਕ ਰਾਹ ਤਾਂ ਹੈ ਵੀ ਜੇ ਆਪਾਂ ਲੀਡਰ ਬਣੀਏ ਤੇ ਅਸੀਂ ਆਪਦੇ ਰਾਜ ਦੀ ਗੱਲ ਕਰਾਂਗੇ, ਅਸੀਂ ਇਨਸਾਫ ਦੀ ਗੱਲ ਕਰਾਂਗੇ। ਤੇ ਉਹ ਸਮਾਂ ਆ ਗਿਆ। ਜੇ ਅਸੀਂ ਹੁਣ MLA ਖੜ ਗਏ ਆ ਸ੍ਰੀ ਤਰਨਤਾਰਨ ਸਾਹਿਬ ਹਲਕੇ ਤੋਂ, ਤੇ ਕੀ ਘੱਟੋ ਘੱਟ ਸਿੱਖ ਤਾਂ ਇਹ ਸੋਚਣ ਵੀ ਆਪਣੇ ਬਾਣੇ ਵਾਲਾ ਬੰਦਾ ਵੀ ਵਿਧਾਨ ਸਭਾ ਦੇ ਵਿੱਚ ਯਾਰ ਪਹੁੰਚੇ, ਆਪਣੇ ਹੱਕਾਂ ਦੀ ਗੱਲ ਕਰੂਗਾ। ਅਸੀਂ ਤੁਹਾਨੂੰ ਸਕੀਮਾਂ ਨਹੀਂ ਦੇਵਾਂਗੇ, ਅਸੀਂ ਤੁਹਾਨੂੰ ਤੁਹਾਡੇ ਹੱਕ ਦੇਵਾਂਗੇ। ਅਸੀਂ ਤੁਹਾਨੂੰ ਇਹ ਨਹੀਂ ਕਵਾਂਗੇ ਵੀ ਅਸੀਂ ਤੁਹਾਨੂੰ 2-2000 3-3000 ਰੁਪਇਆ ਪੈਨਸ਼ਨ ਦੇਵਾਂਗੇ। ਅੱਜ ਦੀ ਇੱਕ ਗੱਲ ਦੱਸਦੇ, ਅਸੀਂ ਇੱਕ ਪਿੰਡ ਦੇ ਵਿੱਚ ਡੋਰ ਟੂ ਡੋਰ ਗਏ, ਉੱਥੇ ਇੱਕ ਮਾਤਾ ਮਿਲੀ ਤੇ ਉਹਨਾਂ ਨੂੰ ਜਦੋਂ ਪੇਪਰ ਦਿੱਤਾ ਸਾਡੇ ਸਿੰਘ ਨੇ, ਕਹਿੰਦੇ ਇਕੱਲੇ ਪੇਪਰ ਹੀ ਆ, ਨਾਲ ਪੈਸੇ ਪੂਸੇ ਨਹੀਂ ਦਿੰਦੇ। ਉਹ ਮਾਤਾ ਨੂੰ ਪੁੱਛਣ ਵਾਲਾ ਹੋਵੇ, ਪੇਪਰ ਦੇ ਨਾਲ ਤੈਨੂੰ 10,000 ਰੁਪਇਆ ਦੇ ਦਿੰਨੇ ਆ, ਭਲਕੇ ਤੇਰਾ ਪੋਤਾ ਜਾਂ ਪੋਤੀ ਘਰੋਂ ਗਏ ਸਕੂਲੇ ਪੜ੍ਹਨ ਦੇ ਰਾਹ ਦੇ ਵਿੱਚ ਚੱਕੇ ਗਏ ਤੇ ਮੁੜ ਕੇ ਤੁਸੀਂ ਧਰਨੇ ਲਾਓਗੇ ਚੌਂਕ ਦੇ ਵਿੱਚ ਤੇ MLA ਕੋਲ ਜਾਓਗੇ ਤੇ MLA ਤੁਹਾਨੂੰ ਇਹ ਨਾ ਕਹੂਗਾ ਵੀ ਉਦੋਂ ਤਾਂ ਬੀਬੀ 10,000 ਰੁਪਇਆ ਲੈ ਲਿਆ ਸੀ ਵੋਟ ਪਾਉਣ ਦਾ ਤੇ ਹੁਣ ਤੂੰ ਸਾਡੇ ਕੋਲੇ ਆ ਗਿਆ। ਨਹੀਂ ਮਾਤਾ ਜੀ, ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਤੁਸੀਂ ਇੰਨਾ ਲਾਲਚ ਨਾ ਕਰੋ, ਤੁਹਾਡੇ ਲਾਲਚ ਨੇ ਖੇ ਖਰਾਬ ਕਰਤਾ। ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਚੰਗੀ ਹੋਊਗੀ, ਤੁਹਾਡੇ ਵਾਸਤੇ ਚੰਗੀ ਹੋਊਗੀ। ਤੁਹਾਨੂੰ ਉਹਨਾਂ ਦੀਆਂ ਗੱਲਾਂ ਦੱਸਦੇ ਆ, ਕਦੇ ਕਿਸੇ ਨੇ ਧਰਮ ਦੀ ਗੱਲ ਕੀਤੀ ਆ? ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਨੂੰ ਛੱਡੋ, ਕਦੇ ਕੋਈ ਤੁਹਾਡਾ ਧਰਮੀ ਬੰਦਾ, ਕੋਈ ਤੁਹਾਡੇ ਹੱਕ ਸੱਚ ਦੀ ਧਰਮ ਦੀ ਗੱਲ ਕਰਨ ਵਾਲਾ ਬੰਦਾ ਵਿਧਾਨ ਸਭਾ 'ਚ ਭੇਜਿਆ ਤੁਸੀਂ ਬਾਣੇ ਵਾਲਾ? ਸਾਨੂੰ ਕਿਉਂ ਅੱਗੇ ਆਉਣਾ ਪਿਆ? ਤੁਸੀਂ ਮਾਣ ਕਰਦੇ ਆ ਪੰਜਾਬੀਓ, ਸਿੱਖੋ, ਤੁਸੀਂ ਮਾਣ ਕਰਦੇ ਆ ਵੀ ਅਸੀਂ ਦਿੱਲੀ ਜਿੱਤੀ ਹੋਈ ਆ ਕਿੰਨੇ ਵਾਰੀ। ਤੇ ਜੇ ਹੁਣ ਕੇਜਰੀਵਾਲ ਜਿੱਤ ਗਿਆ ਨਾ ਪੰਜਾਬ 'ਚ ਤੇ ਉਹਦੇ ਦਿੱਲੀ ਨੇ ਜਿੱਤ ਜਾਣਾ ਤੇ ਪੰਜਾਬ ਨੇ ਹਾਰ ਜਾਣਾ। ਕਿਉਂ? ਦਿੱਲੀ ਦਾ ਪਾਣੀ ਸਾਡੇ ਲਈ, ਦਿੱਲੀ ਦੀ ਹਵਾ ਪਾਉਣ ਸਾਡੇ ਲਈ ਨਫ਼ਰਤ ਆ। ਸਾਨੂੰ ਨਫ਼ਰਤ ਕਰਦੀ ਆ, ਸਾਨੂੰ ਉਹ ਜਿਉਂਦੇ ਨਹੀਂ ਵੇਖਣਾ ਚਾਹੁੰਦੀ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਘਟਨਾਵਾਂ ਦੱਸੀਏ ਤੁਹਾਨੂੰ। ਕੇਜਰੀਵਾਲ ਨੇ ਬਿਆਨ ਦਿੱਤਾ ਵੀ ਮੈਂ ਨਿਰੰਕਾਰੀਆਂ ਦੀ ਮੂਰਤੀ 250 ਫੁੱਟ ਉੱਚੀ ਬਣਾਉਣੀ ਆ ਪੰਜਾਬ ਦੀ ਧਰਤੀ ਤੇ। ਉਹ ਕੌਣ ਸੀ ਬੰਦਾ ਜਿਹਦੀ ਮੂਰਤੀ ਬਣਾਉਣੀ? ਸਿੱਖੋ, ਤੁਹਾਨੂੰ ਪਤਾ? ਉਹ ਬੰਦਾ ਸੀ ਜਦੋਂ 78 ਵੇਲੇ ਨਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੈਰਾਂ 'ਚ ਰੱਖ ਕੇ ਉੱਤੇ ਖੜਾ ਹੋ ਗਿਆ ਸੀ ਤੇ ਉਹਦੀ ਮੂਰਤੀ ਲਵਾਉਣੀ ਆ ਤੁਸੀਂ ਪੰਜਾਬ 'ਚ, ਉਹਨੂੰ ਜਿਤਾ ਕੇ। ਕੇਜਰੀਵਾਲ ਦਾ ਕੱਲ ਵੀਡੀਓ ਵੇਖੀ ਆ ਤੁਸੀਂ? ਮੈਂ ਵੀ ਅੱਜ ਪਾਈ ਆ ਪੇਜ ਤੇ ਉਹਨੂੰ ਪੁੱਛਦੇ ਆ ਪੰਜਾਬ ਦੇ ਪਾਣੀਆਂ ਤੇ ਹੱਕ ਦਿੱਲੀ ਦਾ ਹੈਗਾ? ਉਹ ਕਹਿੰਦਾ ਹੈਗਾ। ਤੇ ਕੀ ਜਿਹੜੇ SYL ਨਹਿਰ ਨੂੰ ਰੋਕਣ ਲਈ ਸਿੰਘ ਸ਼ਹੀਦ ਹੋਏ ਆ, ਹਿੱਕਾਂ 'ਚ ਗੋਲੀਆਂ ਜਿਨ੍ਹਾਂ ਨੇ ਖਾਲੀਆਂ, ਚੱਲਣ ਨਹੀਂ ਦਿੱਤਾ SYL ਨਹਿਰ ਨੂੰ, ਤੇ ਉਹਨਾਂ ਦੀ ਸ਼ਹੀਦੀ ਭੁੱਲ ਗਏ ਤੁਸੀਂ ਪੰਜਾਬੀਓ? ਇਹਨਾਂ ਗੱਲਾਂ ਨੂੰ ਕਦੋਂ ਯਾਦ ਰੱਖੋਗੇ ਤੁਸੀਂ? ਤੁਹਾਨੂੰ ਪਤਾ ਇਸ ਗੱਲ ਦਾ? ਭਗਵੰਤ ਮਾਨ ਦੀ ਰੈਲੀ ਦੇ ਲਈ ਡੋਰ ਟੂ ਡੋਰ ਕੇਜਰੀਵਾਲ ਦੀ ਘਰ ਵਾਲੀ ਤੇ ਉਹਦੀ ਜਵਾਨ ਕੁੜੀ ਵੋਟਾਂ ਮੰਗਣ ਤਾਂ ਆ ਸਕਦੇ ਆ, ਤੇ ਜਿਹੜੀ ਸਿੱਖਾਂ ਦੀ ਕੁੜੀ ਦੀ ਉੱਥੇ ਪੱਤ ਲੁੱਟੀ ਗਈ ਆ ਦਿੱਲੀ ਦੇ ਵਿੱਚ, ਉਹ ਪਰਿਵਾਰ ਨੂੰ ਤਾਂ ਹਜੇ ਮਿਲਣ ਨਹੀਂ ਗਏ। ਤੇ ਜੇ ਆਮ ਆਦਮੀ ਪਾਰਟੀ ਵਾਲੇ ਇਹ ਏਜੰਡਾ ਰੱਖਦੇ ਆ ਵੀ ਜਿਹੜੀ ਪੰਜਾਬ ਉੱਥੋਂ ਦੀ ਦਿੱਲੀ ਪੁਲਿਸ ਹੈਗੀ ਆ ਉਹ ਕੇਜਰੀਵਾਲ ਦੇ ਅੰਡਰ ਨਹੀਂ ਹੈਗੀ, ਉਹ ਸੈਂਟਰ ਗਵਰਨਮੈਂਟ ਦੇ ਅੰਡਰ ਆ, ਤੇ ਅੰਡਰ ਤਾਂ ਉਹ ਸਾਡੇ ਵੀ ਨਹੀਂ ਸੀ ਤੇ ਨਾ ਹੀ ਅਸੀਂ ਉੱਥੇ ਮੰਤਰੀ ਸੀ, ਤੇ ਫਿਰ ਕਹਿ ਕੇ ਆਏ ਨਾ ਵੀ ਜਾਉਂਦੇ ਆ ਬਦਲਾ ਲਵਾਂਗੇ। ਇਹ ਗੱਲ ਅਣਖ ਦੀ ਹੁੰਦੀ ਆ, ਇਹ ਗੱਲ ਧਰਮੀ ਬੰਦਿਆਂ ਦੀ ਹੁੰਦੀ ਆ, ਉਹਨਾਂ 'ਚ ਹੈ ਨਹੀਂ। ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਕਾਂਗਰਸੀਆਂ ਦੇ ਰਾਜ 'ਚ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਕਾਲੀਆਂ ਦੇ ਰਾਜ 'ਚ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਝਾੜੂ ਵਾਲਿਆਂ ਦੇ ਰਾਜ 'ਚ। ਤੇ ਜਦੋਂ ਸਿੰਘਾਂ ਦਾ ਰਾਜ ਆ ਗਿਆ ਉਦੋਂ ਤੁਹਾਨੂੰ ਦੱਸਾਂਗੇ ਵੀ ਬਣਦਾ ਕੀ ਆ। ਕੋਈ ਕੋਰਟ ਕਚਹਿਰੀਆਂ ਨਹੀਂ, ਸਿੱਧੇ ਫੈਸਲੇ। ਬਾਕੀ ਤੁਸੀਂ ਸਮਝ ਜਾਓਗੇ ਹਨਾ। ਹੁਣ ਗੱਲ ਕਰਦੇ ਸਕੀਮਾਂ ਦੀ। ਸਾਡੇ ਗੁਰੂਆਂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਸੀ, ਮਹਾਰਾਜ ਕਹਿੰਦੇ ਸੀ ਸਿੱਖਾ ਕਿਰਤ ਕਰਨੀ ਆ, ਵੰਡ ਕੇ ਛਕਣਾ, ਜੋ ਕਮਾਏਗਾ ਉਹਦਾ 10ਵਾਂ ਹਿੱਸਾ ਦਾਨ ਕਰਨਾ, ਜਿਹਨੂੰ ਦਸਵੰਧ ਕਹਿੰਦੇ ਆ। ਸਿੱਖ ਕੌਮ ਦਸਵੰਧ ਕੱਢਣ ਵਾਲੀ
ਜੇ 1000 ਰੁਪਇਆ ਕਮਾਉਂਦੇ ਉਹਦੇ ਚ 100 ਰੁਪਇਆ ਦਾਨ ਕਰਨ ਵਾਲੀ ਅੱਜ ਸਕੀਮਾਂ ਭਾਲਦੀ ਆ ਸਰਕਾਰ ਤੋਂ। ਇੰਨੀ ਹਰਾਮ ਹੋ ਗਏ ਵੀ ਸਾਨੂੰ 2-2000 ਪੈਨਸ਼ਨ ਦੋ, ਸਾਨੂੰ ਸਿਲੰਡਰ ਫ੍ਰੀ ਦੋ ਰੋਟੀਆਂ ਲਾਉਣ ਨੂੰ। ਇੰਨਾ ਹਰਾਮ ਹੋ ਗਿਆ ਕੰਮ। ਜੇ ਤੁਸੀਂ ਇਹ ਮੰਨਦੇ ਆ ਤੇ ਫਿਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਇਗਨੋਰ ਕਰੋ। ਉਹਨਾਂ ਨੇ ਫਿਰ ਕਿਹਾ ਜਿਹੜਾ ਕਿਰਤ ਕਰਨੀ ਕਹੋ ਵੀ ਝੂਠਾ। ਤੇ ਜਦੋਂ ਕਿਰਤ ਕਰੋਗੇ ਫਿਰ ਭੁੱਖੇ ਕਿੱਥੋਂ ਮਰ ਜਾਓਗੇ ਤੁਸੀਂ? ਤੁਹਾਨੂੰ ਵਧੀਆ ਸਕੂਲ ਕਾਲਜ, ਤੁਹਾਨੂੰ ਵਧੀਆ ਹਸਪਤਾਲ, ਸੜਕਾਂ, ਗਲੀਆਂ, ਨਾਲੀਆਂ, ਲਾਈਟਾਂ ਉਹ ਤਾਂ ਸਰਕਾਰਾਂ ਦੇ ਦੇਣਗੀਆਂ। ਤੇ ਤੁਹਾਡੇ ਬੱਚੇ ਜਦੋਂ ਘਰੋਂ ਨਿਕਲਿਆ ਕਰਨਗੇ, ਉਹ ਉਹਨਾਂ ਨੂੰ ਜੋ ਚੱਕ ਲਿਆ ਇਹਨਾਂ ਨੇ, ਉਦੋਂ ਕੀ ਕਰੋਗੇ? ਜਵਾਨ ਕੁੜੀਆਂ, ਮੁੰਡਿਆਂ ਦੀਆਂ ਭੈਣਾਂ, ਮਾਂ ਪਿਓ ਦੀਆਂ ਧੀਆਂ, ਉਹ ਘਰੋਂ ਨਿਕਲਿਆ ਕਰਨਗੀਆਂ, ਰਾਹ 'ਚ ਚੱਕ ਕੇ ਬਲਾਤਕਾਰ ਕਰਕੇ ਸੱਟ ਜਾ ਕਰਨਗੇ। ਕਦੇ ਲੀਡਰ ਨੇ ਆਖਿਆ ਵੀ ਅਸੀਂ ਗੱਡੀ ਚਾੜਾਂਗੇ? ਇਹ ਲੀਡਰ ਦਾ ਪਰਚਾ ਵੀ ਨਹੀਂ ਕੱਟਣ ਦਿੰਦੇ। ਤੁਹਾਨੂੰ ਪਤਾ ਕਿੰਨੇ ਬਲਾਤਕਾਰ ਹੋਏ ਆ? ਤੇ ਲੀਡਰ ਆ ਕੇ ਸੜਿਆ ਜਾ ਸਰਪੰਚ ਆ ਕੇ ਖੜ ਜਾਂਦਾ ਮੁੰਡੇ ਵਾਲਿਆਂ ਦੇ ਨਾਲ। ਉਹ ਯਾਰ ਛੱਡੋ ਜੀ, ਕੋਈ ਨਾ, ਮੁੰਡੇ ਕੁੜੀ ਦੀ ਗਲਤੀ ਆ, ਨਵੇੜੋ 20-50 ਹਜ਼ਾਰ 'ਚ। ਆਹ ਗੱਲਾਂ ਹੋ ਗਈਆਂ। ਕੇਜਰੀਵਾਲ ਨੇ 10 ਲੱਖ ਰੁਪਇਆ ਦੇਤਾ। ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ, ਗੱਲ ਕਹਿਣੀ ਨਹੀਂ ਚਾਹੀਦੀ। ਜੇ ਉਹ ਕੁੜੀ ਦੀ ਥਾਂ ਤੇ ਕੇਜਰੀਵਾਲ ਦੀ ਧੀ ਹੁੰਦੀ ਖੁਦ ਦੀ, ਤੇ ਕੇਜਰੀਵਾਲ ਨੂੰ ਦਿੰਨੇ ਆ 10 ਲੱਖ ਰੁਪਇਆ, ਚੁੱਪ ਹੋ ਜਾਊਗਾ ਉਹ? ਕਦੇ ਨਹੀਂ ਹੋ ਸਕਦਾ। ਤੇ ਤੁਸੀਂ ਦਸਵੰਧ ਕੱਢ ਕੇ ਦਾਨ ਕਰਨ ਵਾਲੀ ਕੌਮ ਅੱਜ ਆਟਾ ਦਾਲ ਸਕੀਮ ਭਾਲਦੀ ਆ। ਅਸੀਂ ਕਾਬਲ ਕੰਧਾਰ ਤੱਕ ਰਾਜ ਕੀਤਾ। ਕਾਬਲ ਕੰਧਾਰ ਤੱਕ ਸਿੱਖਾਂ ਦੇ ਝੰਡੇ ਝੂਲਦੇ ਸੀ ਤੇ ਸਾਡੇ 10ਵੇਂ ਪਾਤਸ਼ਾਹ ਸਾਨੂੰ ਸੋਨੇ ਦੀਆਂ ਮੋਹਰਾਂ ਢਾਲਾਂ ਭਰ ਦਿੰਦੇ ਹੁੰਦੇ ਸੀ। ਕਿਉਂ? ਕਹਿੰਦੇ ਸਿੱਖੋ ਜੁਗਾ ਜਗਾਂਤਰਾਂ ਤੱਕ ਤੁਹਾਡੀ ਭੁੱਖ ਨਵੇੜ ਦੇਣੀ ਇਹ ਕੰਮ, ਲਾਲਚ ਤੋੜਨਾ ਤੁਹਾਡਾ। ਕਿੱਧਰ ਨੂੰ ਗਏ ਤੁਸੀਂ? ਤੁਸੀਂ ਤਾਂ ਤਰਨਤਾਰਨ ਸ਼ਹਿਰ ਦੇ ਲੋਕਾਂ ਨੂੰ ਮੈਂ ਪੁੱਛਾਂ, ਤੁਸੀਂ ਨਾ ਕੰਧ ਤੇ ਪੋਸਟਰ ਲਾਉਣ ਦਾ ਵੀ 500 ਰੁਪਇਆ ਮੰਗਦੇ ਆ ਵੀ 500 ਰੁਪਇਆ ਦੇਗਾ ਤੇ ਸਟਿੱਕਰ ਪੋਸਟਰ ਲਾਉਣ ਦੇਣਾ। ਨਹੀਂ। ਕਿੰਨੀ ਯਾਰ ਮੂਰਖਤਾ। ਕਾਂਗਰਸ, ਅਕਾਲੀ ਤੇ ਝਾੜੂ, 3 ਮੂੰਹ ਆ, ਧੜ ਇਹਨਾਂ ਦਾ ਇੱਕ ਆ। ਤੁਸੀਂ ਲਾਲਚ ਛੱਡੋ ਪੈਸੇ ਦਾ, ਨਸ਼ੇ ਦਾ। ਨੌਜਵਾਨੋ, ਇਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਕੇ ਪੁੱਛੋ, ਸਾਡੀ ਭੈਣ ਨੇ ਸਵੇਰੇ ਘਰੋਂ ਪੜਨ ਜਾਣਾ, ਉਹ ਘਰੇ ਮੁੜ ਆਊਗੀ? ਸਾਨੂੰ 100% ਤੁਸੀਂ ਠੱਕ ਠੋਕ ਕੇ ਕਹੋ ਵੀ ਭਾਈ ਮੁੜ ਆਊਗੀ? ਪੁੱਛੋ ਇਹਨਾਂ ਨੂੰ। ਇਹ ਜ਼ਿੰਮੇਵਾਰੀ ਚੱਕਦੇ ਆ ਅਕਾਲੀ, ਕਾਂਗਰਸੀ ਤੇ ਝਾੜੂ ਵਾਲੇ ਵੀ ਤੁਹਾਡੀ ਭਾਈ ਧੀ ਭੈਣ, ਤੁਹਾਡਾ ਬੱਚਾ ਪੜਨ ਜਾਊਗਾ ਤੇ ਜਿਵੇਂ ਭੇਜੋਗੇ ਉਵੇਂ ਘਰੇ ਆਊਗਾ? ਪੁੱਛੋ, ਕਹਿ ਦੇਣਗੇ? ਨਹੀਂ। ਇਹਨਾਂ ਨੇ ਜਿਹੜੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਨਸ਼ਿਆਂ ਤੇ ਲਾਤਾ ਭਾਈ ਜੀ, ਉਹਨਾਂ ਨੇ ਚੱਕ ਲੈਣੇ ਆ ਉਹ। ਤੇ ਇਹ ਆਪਦੇ ਘਰੇ ਰੋਜ਼ ਪਰਿਵਾਰ 'ਚ ਹੱਸਦੇ ਖੇਡਦੇ ਆ, ਨਜ਼ਾਰੇ ਲੈਂਦੇ ਆ। ਜਵਾਨੀ ਤਾਂ ਸਾਡੀ ਤਬਾਹ ਹੋ ਗਈ, ਘਰ ਸਾਡੇ ਲੋਕਾਂ ਦੇ ਪੱਟੇ ਗਏ ਤੇ ਇਹ ਤਾਂ ਪੈਸੇ ਛਾਪ ਗਏ ਲੋਕ। ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਸਾਡੇ ਕੋਲੇ ਕੋਈ ਰਾਹ ਨਹੀਂ ਹੈਗਾ। ਅਸੀਂ ਆਪਦੇ ਇਸ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਕੋਲੇ ਪਹੁੰਚਾਂਗੇ। ਤੇ ਜਿਹੜਾ ਨਹੀਂ ਜਾਣਦਾ ਉਹਨੂੰ ਮੈਂ ਦੱਸ ਦਈਏ ਵੀ ਮੈਂ ਅਮਰਤਪਾਲ ਸਿੰਘ ਮਹਿਰੋਂ। ਬਹੁਤ ਜ਼ਿਆਦਾ ਜਾਣਦੇ ਆ, ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਦੱਸਿਆ। ਸ੍ਰੀ ਤਰਨਤਾਰਨ ਸਾਹਿਬ ਤੋਂ MLA ਦੇ ਇਲੈਕਸ਼ਨ ਲੜ ਰਿਹਾ ਵਾਂ। ਕੌਮ ਲੜਾ ਰਹੀ ਆ ਤੇ ਮੈਂ ਲੜ ਰਿਹਾ ਵਾਂ। ਪੈਸਾ ਸੰਗਤ ਲਾ ਰਹੀ ਆ, ਮੈਂ ਲੜ ਰਿਹਾ ਵਾਂ। ਮੇਰੇ ਕੋਲੇ ਕੁਛ ਨੀ ਗਾ ਤੇ ਉਹ ਅਜਾਈ ਨਾ ਜਾਵੇ ਕਿਤੇ। ਪੰਜਾਬ ਦੇ ਵਿੱਚ ਕੁਛ ਸੀਟਾਂ ਜਿਹੜੀਆਂ ਉਹ ਪਾਰਟੀ ਮਾਇਨੇ ਨਹੀਂ ਰੱਖਦੀ। ਕੁਛ ਬੰਦੇ ਚੰਗੇ ਆ, ਉਹਨਾਂ ਨੂੰ ਜਿੱਤਣਾ ਜ਼ਰੂਰੀ ਆ। ਤੁਸੀਂ ਸਾਰਾ ਲਾਲਚ ਛੱਡੋ ਭਾਈ ਸਾਹਿਬ। ਲੋਕਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਇਹਨਾਂ ਲੋਕਾਂ ਨੂੰ ਇਹ ਪੁੱਛੋ, ਲੀਡਰਾਂ ਨੂੰ, ਕਾਂਗਰਸ, ਅਕਾਲੀ ਤੇ ਝਾੜੂ ਵਾਲਿਆਂ ਨੂੰ, ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਪੁੱਛੋ ਵੀ ਭਾਈ ਸਾਡਾ ਬੱਚਾ ਪੜਨ ਜਾਇਆ ਕਰੂਗਾ ਤੇ ਸਾਨੂੰ ਸਟਾਂਪ ਤੇ ਲਿਖ ਕੇ ਦੇ ਵੀ ਸਾਡੇ ਬੱਚੇ ਨੂੰ ਕੋਈ ਹੱਥ ਨਾ ਲਾਊਗਾ। ਦਿੱਲੀ ਵਾਲਾ ਲੈ ਕੇ ਦੇਵੇ ਨਾ ਕੇਜਰੀਵਾਲ। ਕਰੋਨਾ ਦੇ ਵਿੱਚ ਸਿਰਫ ਇੱਕ ਨਾਕਾ ਹੀ ਨੰਗੇ ਸੀ। ਅੰਮ੍ਰਿਤਧਾਰੀ ਪਿਓ ਪੁੱਤ ਸੀ, ਗਾਤਰੇ ਕਿਰਪਾਨ ਸੀ। ਇਹਨਾਂ ਦੀ ਸਰਕਾਰ ਦੇ ਵੇਲੇ ਉਹਨਾਂ ਨੇ ਸੜਕ ਤੇ ਪਾ ਕੇ ਨੰਗੇ ਕਰਕੇ ਕੁੱਟੇ। ਕੀ ਉਹ ਸਿੱਖ ਸੀ ਤਾਂ ਕੁੱਟੇ? ਇਹ ਤਾਂ ਨੌਜਵਾਨ ਬੀਬੀ ਦਾ ਮੂੰਹ ਉਹਨਾਂ ਨੇ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾ ਕੇ ਗਲੀਆਂ 'ਚ ਤੋਰਿਆ। ਉਹ ਸਿੱਖ ਸੀ ਤਾਂ ਤੋਰਿਆ? ਹਜੇ ਤੱਕ ਉਹਨਾਂ ਕੋਲੇ ਨਹੀਂ ਪਹੁੰਚੇ। ਇਹ ਤਾਂ ਫਿਰ ਵੀ ਮਾੜੀ ਜਿਹੀ ਇੱਜ਼ਤ ਰੱਖ ਲਈ। ਤੇ ਤੁਸੀਂ ਮੈਨੂੰ ਦੱਸੋ, ਜਿਹੜਾ 2 ਸਾਲ ਪਹਿਲਾਂ ਇੱਕ ਬਜ਼ੁਰਗ ਬੀਬੀ ਸੀ ਤੇ ਇਹਨਾਂ ਦੇ ਬੰਦਿਆਂ ਨੇ ਹੀ ਉਹ ਬੀਬੀ ਦੇ ਕੱਪੜੇ ਪਾੜ ਕੇ
ਤੇ ਉਹਨੂੰ ਨੰਗੇ ਧੜ ਬਾਜ਼ਾਰ ਦੇ ਵਿੱਚ ਕੁੱਟਦੇ ਲੈ ਕੇ ਗਏ ਸੀ। ਕੀ ਉਦੋਂ ਕੇਜਰੀਵਾਲ ਦਾ ਰਾਜ ਨਹੀਂ ਸੀ? ਤੁਸੀਂ ਝਾੜੂ ਚੱਕੀ ਫਿਰਦੇ ਆ, ਮੂਰਖੋ। ਕੀ ਕਰੋਗੇ ਤੁਸੀਂ? ਨਾ ਤੁਹਾਡੀ ਜਵਾਨੀ ਸੇਫ, ਨਾ ਤੁਹਾਡੇ ਬੱਚੇ ਸੇਫ, ਨਾ ਤੁਹਾਡੀਆਂ ਧੀਆਂ ਭੈਣਾਂ ਮਾਵਾਂ ਸੇਫ, ਤੇ ਤੁਸੀਂ ਸਰਕਾਰ ਇਹਨਾਂ ਦੀ ਚਾਹੁੰਦੇ ਆ। ਜੇ ਹਜੇ ਵੀ ਤੁਸੀਂ ਝਾੜੂ ਕਾਂਗਰਸੀ ਅਕਾਲੀ ਨੂੰ ਜਿਤਾਉਂਦੇ ਆ ਨਾ, ਤੇ ਫਿਰ ਅਸੀਂ ਇਹ ਗੱਲ ਕਲੀਅਰ ਹੋ ਜੂਗੀ ਵੀ ਜਿਹੜੀ ਇਹ ਲੋਕ ਆ ਇਹ ਛਿੱਤਰਾਂ ਦੇ ਆਦੀ ਹੋ ਗਏ। ਇਹ ਤਾਂ ਛਿੱਤਰ ਖਾਣ ਜੋ ਗਈ ਆ ਬਸ, ਹੋਰ ਕੁਛ ਨਹੀਂ। ਸਾਨੂੰ ਕੋਈ ਲਾਲਚ ਨਹੀਂ, ਜਿੱਤ ਹਾਰ ਮੈਨੇ ਨਹੀਂ ਰੱਖਦੀ। ਗੱਲ ਤਾਂ ਜ਼ਮੀਰ ਦੀ ਹੁੰਦੀ ਆ। ਮੈਂ ਹੁਣ ਤਰਨਤਾਰਨ ਸ਼ਹਿਰ ਦੇ ਵਿੱਚ ਇਲੈਕਸ਼ਨ ਲੜ ਰਿਹਾ। ਮੇਰੇ ਕੋਲੇ ਹਜੇ ਸਮਾਂ ਪਿਆ ਵਾ 5-4 ਦਿਨਾਂ ਦਾ। 20 ਤਰੀਕ ਨੂੰ ਵੋਟਾਂ। ਨੌਜਵਾਨ ਤੇ ਸਿੱਖ ਪਰਿਵਾਰ ਜ਼ਰੂਰ ਸੋਚਣ, ਬਜ਼ੁਰਗ ਵੀ ਸੋਚਣ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੋਈ ਆ, ਗਲੀਆਂ 'ਚ ਖਿਲਾਰੇ ਆ, ਨਾਲੀਆਂ 'ਚ ਖਿਲਾਰੇ ਆ, ਤੇ ਇਹਨਾਂ ਲੀਡਰਾਂ ਨੂੰ ਪੁੱਛੋ ਤੁਹਾਡੇ ਕਿਸੇ ਪਾਰਟੀ ਦੇ ਲੀਡਰ ਨੇ ਜਾਂ ਮੁੱਖ ਮੰਤਰੀ ਨੇ, ਐਮਐਲਏ ਨੇ, ਐਮਪੀ ਨੇ ਉੱਥੇ ਸਟੈਂਡ ਕਿਉਂ ਨਹੀਂ ਲਿਆ ਵੀ ਤੁਹਾਡੇ ਤਾਂ ਪਾਵਰ ਦੇ ਵਿੱਚ ਸੀ ਤੁਸੀਂ? ਹੁਣ ਤੱਕ ਕਿੰਨੇ ਬਲਾਤਕਾਰ ਹੋ ਗਏ ਇਹਨਾਂ ਤੋਂ ਹਿਸਾਬ ਪੁੱਛੋ। ਤੁਸੀਂ ਚੱਕੀ ਫਿਰਦੇ ਇਹਨਾਂ ਦੇ ਝੰਡੇ, ਨਾ ਕੋਈ ਇਹਨਾਂ ਦਾ ਲੜਨਾ ਕੋਈ ਸਿਰਾ। ਇਹ 8 ਦਿਨਾਂ ਦੇ ਵਿੱਚ ਇਹ ਪਾਵਰ 'ਚ ਆ ਜਾਂਦੇ, ਤੁਹਾਨੂੰ ਪੈਸੇ ਦੇ ਕੇ ਖਰੀਦ ਲੈਂਦੇ ਆ। ਮੁੜ ਕੇ 5 ਸਾਲ ਤੁਹਾਡੇ ਹੀ ਨੌਜਵਾਨ ਮਾਰਦੇ ਆ, ਤੁਹਾਡੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਆ, ਬਜ਼ੁਰਗਾਂ ਦੀਆਂ ਪੱਗਾਂ ਲੈਂਦੀਆਂ। ਜੇ ਸਰਦਾਰਾਂ ਦੇ ਸਿਰ ਤੇ ਪੱਗ ਆ, ਘੱਟੋ ਘੱਟ ਕੁਛ ਗੱਲਾਂ ਕਹਿਣੀਆਂ ਮੈਂ। 20 ਸਾਲ ਦੀ ਭੈਣ ਦੀ ਇੱਜ਼ਤ ਲੁੱਟੀ ਗਈ, ਪੰਜਾਬ ਦੇ ਵਿੱਚੋਂ ਕੋਈ ਨਹੀਂ ਗਿਆ। ਅਸੀਂ ਗਏ ਆ ਉੱਥੇ ਤੇ ਭੈਣ ਦੇ ਪਰਿਵਾਰ ਨਾਲ ਖੜੇ ਆ, ਮਦਦ ਕੀਤੀ, ਉਹਨਾਂ ਦੀ ਫੁੱਲ ਕੀਤੀ, ਤੇ ਕਰਾਂਗੇ, ਖੜਾਂਗੇ। ਜੋ ਗੱਲ ਕਹੀ ਆ ਉਹ ਪੂਰੀ ਕਰਾਂਗੇ। ਇਹਨਾਂ ਲੀਡਰਾਂ ਨੂੰ ਪੁੱਛੋ ਤੁਸੀਂ ਕਿੱਥੇ ਸੀ ਬਈ? ਤੁਸੀਂ ਜਾਇਆ ਕਰੋਗੇ? ਇਸ ਖਬਰ ਨੂੰ, ਇਸ ਘਟਨਾ ਨੂੰ ਮੁੱਖ ਰੱਖਦਿਆਂ ਹੋਇਆ ਕੱਲੀਆਂ ਸਾਨੂੰ ਨੌਜਵਾਨ ਭੈਣਾਂ ਹੀ ਵੋਟਾਂ ਪਾ ਦੇ ਨਾ, ਅਸੀਂ ਤਾਂ ਵੀ ਜਿੱਤ ਜਾਾਂਗੇ। ਇਹਨਾਂ ਨੂੰ ਵੀ ਸਾਈਡ ਤੇ ਕਰ ਦਿਓ। ਰਾਜਸਥਾਨ ਦੇ ਵਿੱਚ 9ਵੇਂ ਮਹੀਨੇ ਦੇ ਵਿੱਚ ਪਿਛਲੇ ਸਾਲ ਬਜ਼ੁਰਗ ਨੂੰ ਕੁੱਟਿਆ ਗਿਆ, ਗੰਦੇ ਪਾਣੀ 'ਚ ਸਿੱਟਿਆ ਗਿਆ, ਪੱਗ ਉਹਦੀ ਸਿੱਟੀ ਗਈ ਥੱਲੇ, ਉਹਨੂੰ ਪੈਰ ਮਾਰੀ ਗਏ। ਕੀ ਉਹ ਪੱਗ ਸਿੱਖਾਂ ਦੀ ਨਹੀਂ ਸੀ? ਕਿਹਨਾਂ ਦੀ ਪੱਗ ਆ ਉਹ? ਸਰਦਾਰਾਂ ਦੀ ਨਹੀਂ ਸੀ? ਤੇ ਤੁਸੀਂ ਕਿਉਂ ਨਹੀਂ ਗਏ ਬਈ? ਸਾਨੂੰ ਕਿਉਂ ਜਾਣਾ ਪੈ ਗਿਆ? ਸਾਨੂੰ ਮੋਹ ਹੈ ਇਹਨਾਂ ਚੀਜ਼ਾਂ ਦਾ ਬਈ, ਅਸੀਂ ਤਾਂ ਜਾਣਾ ਪੈ ਗਿਆ। ਅਸੀਂ ਸਿਰ ਤਲੀ ਤੇ ਰੱਖੀ ਬੈਠੇ ਹੱਕਾਂ ਸੱਚਾਂ ਲਈ। ਬਜ਼ੁਰਗ ਦੀ ਪੱਗ ਉਹਨਾਂ ਤੋਂ ਪੂਣੀ ਕਰਾਈ, ਉਹਨਾਂ ਦੇ ਬਣਾਈ, ਪੈਰੀ ਡਗਾਏ ਆ, ਤੁਹਾਨੂੰ ਸਭ ਨੂੰ ਪਤਾ। ਤੇ ਜੇ ਇਕੱਲੇ ਸਿਰ ਤੇ ਪੱਗ ਬੰਨਣ ਵਾਲੇ ਬਜ਼ੁਰਗ, ਮੇਰੇ ਹਾਣੀ, ਮੇਰੇ ਤੋਂ ਵੱਡੇ, ਮੇਰੇ ਵੀਰ, ਉਹੀ ਵੋਟ ਪਾ ਦੇਣਾ ਸੀ ਤਾਂ ਵੀ ਜਿੱਤਦੇ ਆ। ਕਿਹਨਾਂ ਦੀ ਗੱਲ ਕਰੀਏ ਅਸੀਂ? ਦੱਸੋ। ਇੱਕ ਪਾਸੇ ਤੁਹਾਨੂੰ ਕਰੋੜ ਰੁਪਈਆ ਵੰਡ ਦਿੰਨੇ ਆ, ਇੱਕ ਪਾਸੇ ਤੁਹਾਨੂੰ ਆਲੀਸ਼ਾਨ ਕਾਲਜ, ਸਕੂਲ ਤੇ ਫ੍ਰੀ ਹਸਪਤਾਲ ਦੇ ਦਿੰਨੇ ਆ, ਦੂਜੇ ਪਾਸੇ ਅਸੀਂ ਖੁੱਲੀ ਛੁੱਟੀ ਦੇ ਦੇਗੇ ਮੰਡੀਰ ਨੂੰ ਵੀ ਜੇ ਤੁਹਾਨੂੰ ਮਿਲਦੀ ਹੈ ਇੱਜ਼ਤ ਲੁੱਟ ਲਓ, ਜਿਹਦੀ ਲੁੱਟਣੀ ਆ। ਖੁੱਲੀ ਛੁੱਟੀ ਦੇ ਦੇਗੇ ਮੰਡੀਰ ਨੂੰ, ਬਾਰਡਰੋਂ ਨਸ਼ਾ ਚੱਕ ਕੇ ਲਿਆਓ। ਜਿਹੜੇ ਤਕੜੇ ਘਰਾਂ ਦੇ ਜਾਂ ਇਕੱਲੇ ਘਰੇ ਮੁੰਡੇ ਨਸ਼ਾ ਲਾਉਂਦੇ ਉਹਨਾਂ ਨੂੰ ਵੰਡ ਦਿਓ, ਉਹਨਾਂ ਤੋਂ ਪੈਸੇ ਲੈ ਲਓ। ਖੁੱਲੀ ਛੁੱਟੀ ਦੇ ਦੇਗੇ ਉਹਨਾਂ ਨੂੰ ਵੀ ਜਵਾਕ ਪੜ੍ਹਨ ਗਏ, ਕਿਡਨੈਪ ਕਰ ਲਓ ਉਹਨਾਂ ਨੂੰ, ਡਾਕਟਰਾਂ ਨੂੰ ਦਿਓ, ਉਹਨਾਂ ਦੇ ਅੰਗ ਵੇਚਣਗੇ ਤੇ ਉਹਨਾਂ ਨੂੰ ਕਹਿ ਦਾਂਗੇ ਗੁੰਮਸ਼ੁਦਾ ਹੋ ਗਿਆ ਬੱਚਾ। ਦੇ ਦੇਗੇ ਖੁੱਲੀ ਛੁੱਟੀ। ਜੇ ਤੁਸੀਂ ਕਹੋਗੇ ਨਹੀਂ ਖੁੱਲੀ ਛੁੱਟੀ ਦੇਣੀ ਤੇ ਅਸੀਂ ਤੁਹਾਨੂੰ ਕਵਾਂਗੇ ਕਰੋੜਾਂ ਰੁਪਈਆ ਵੀ ਤੁਹਾਨੂੰ ਦਿੱਤਾ ਵੋਟ ਪਾਉਣ ਦਾ, ਪਰ ਅਸੀਂ ਨਹੀਂ 1 ਰੁਪਈਆ ਨਹੀਂ ਦੇਣਾ ਤੁਹਾਨੂੰ। ਉਹ ਚੀਜ਼ 1 ਉਹ ਰੁਪਈਆ ਵੀ ਨਹੀਂ ਦੇਣਾ ਜਿਹਦੇ ਚ ਮੋਰੀ ਆ। ਇੰਨਾ ਤੁਹਾਨੂੰ ਜਵਾਨ ਦੇ ਦਿਆਂਗੇ, ਜੋ ਕੰਮ ਇੱਕ ਐਮਐਲਏ ਕਰ ਸਕਦਾ ਉਹ ਠੋਕ ਕੇ ਕਰਾਂਗੇ। ਨਾ ਕੋਈ ਮੰਤਰੀ, ਨਾ ਕੋਈ ਮੁਲਾਜ਼ਮ ਦਖਲ ਨਹੀਂ ਦਊਗਾ ਸਾਡੇ ਵਿੱਚ। ਤੁਹਾਨੂੰ ਜੋ ਚਾਹੀਦਾ, ਤੁਹਾਡਾ ਹੱਕ ਚਾਹੀਦਾ ਤਰਨਤਾਰਨ ਸਾਹਿਬ ਵਾਲੇ, ਉਹ ਤੁਹਾਨੂੰ ਅਸੀਂ ਦੇਵਾਂਗੇ। ਤੁਹਾਡੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ, ਤੁਹਾਡੇ ਬੱਚੇ ਸਾਡੇ ਬੱਚੇ, ਉਹਨਾਂ ਨੂੰ ਸੇਫ ਰੱਖਣ ਲਈ 24 ਘੰਟੇ ਤਤਪਰ ਰਵਾਂਗੇ। ਲੁੱਟ ਖੋਹ ਨਹੀਂ ਹੋਣ ਦੇਵਾਂਗੇ। ਤੇ ਜੇ ਘਟਨਾ ਵਾਪਰ ਗਿਆ ਤੇ ਇਹੋ ਜੀ ਸਜ਼ਾ ਦੇਵਾਂਗੇ ਰਹਿੰਦੀ ਦੁਨੀਆ ਤੱਕ ਯਾਦ ਰੱਖੋਗੇ। ਤੇ ਖਾਲਸੇ ਦੀ ਸਜ਼ਾ ਦਾ ਤਾਂ ਤੁਹਾਨੂੰ ਫਿਰ ਪਤਾ ਹੀ ਆ। ਅਸੀਂ ਹੁਣ ਲਾਈਵ 'ਚ ਕੀ ਦੱਸਣਾ ਇੱਜ਼ਤ ਲੁੱਟਣ ਵਾਲੇ ਦਾ। ਸੰਤ ਕਹਿੰਦੇ ਹੁੰਦੇ ਸੀ ਤੇਲ ਪਾ ਕੇ ਅੱਗ ਲਾ ਦਿਓ। ਸੰਤ ਕਹਿੰਦੇ ਹੁੰਦੇ ਸੀ ਬੇਅਦਬੀ ਕਰਨ ਵਾਲੇ ਨੂੰ ਤੇਲ ਪਾ ਕੇ ਅੱਗ ਲਾ ਦਿਓ, ਇੱਜ਼ਤ ਲੁੱਟਣ ਵਾਲੇ ਨੂੰ ਅੱਗ ਲਾ ਦਿਓ। ਆ ਗਿਆ ਖਾਲਸਾ, ਸਮਾਂ ਆਊਗਾ ਉਹ ਵੀ। ਇਹਨਾਂ ਲੀਡਰਾਂ ਨੂੰ ਪੁੱਛੋ ਤੁਸੀਂ, ਝਾੜੂ ਵਾਲਿਆਂ ਨੂੰ, ਪੰਜੇ ਵਾਲਿਆਂ ਨੂੰ, ਤੱਕੜੀ ਵਾਲਿਆਂ ਨੂੰ,
ਵੀ ਸਟਾਮ ਤੇ ਲੈ ਕੇ ਦੇਣ ਸਾਡੇ ਬੱਚੇ, ਸਾਡੀਆਂ ਧੀਆਂ ਭੈਣਾਂ, ਤੇ ਸਾਡੀ ਜਵਾਨੀ ਬਚ ਜੂ। ਤੇ ਮੈਂ ਸਵੇਰੇ ਜਿਹਦੇ ਕਹੂੰਗਾ ਗਲ 'ਚ ਸਰੋਪਾ ਪਾ ਕੇ ਉਹਦੇ ਵੱਲ ਨੂੰ ਹੋ ਜਾਣਾ ਵੀ ਭਾਈ ਮੈਂ ਪਿੱਛੇ ਹੁੰਨਾ, ਤੂੰ ਜਿੱਤ। ਜਦੋਂ ਸੋਚ ਹੀ ਸਾਡੀ ਇੱਕ, ਤੇ ਅਸੀਂ ਖਿਲਾਫ ਕਿਉਂ ਲੜ ਗਏ ਉਹਨਾਂ ਦੇ? ਪਰ ਇਹ ਲੋਕਾਂ ਨੇ ਨਹੀਂ ਕਹਿਣਾ, ਇਹਨਾਂ ਦੇ ਕਾਰੋਬਾਰ ਖੜ ਜਾਣਗੇ ਚਿੱਟੇ ਬਿਨਾ। ਨੌਜਵਾਨ ਭੈਣੋ, ਮਾਵਾਂ ਨੂੰ, ਵੀਰਾਂ ਨੂੰ ਤੇ ਬਜ਼ੁਰਗਾਂ ਨੂੰ ਬੇਨਤੀ ਕਰਦਾ, ਸਾਡੀ ਨਸਲਕੁਸ਼ੀ ਹੋ ਰਹੀ ਆ। ਉਹਨਾਂ ਮਾਵਾਂ ਵੱਲ, ਉਹਨਾਂ ਭੈਣਾਂ ਵੱਲ ਵੇਖੋ ਜਿਨ੍ਹਾਂ ਦੇ ਇੱਕ ਪੁੱਤ ਤੇ ਇੱਕ ਹੀ ਵੀਰ ਸੀਗਾ, ਜਿਨ੍ਹਾਂ ਦੇ ਨਾੜਾਂ 'ਚ ਚਿੱਟਾ ਲਾਉਂਦਿਆਂ ਦੇ ਸੂਈ ਵਿੱਚ ਰਹਿ ਗਈ ਤੇ ਮਰ ਗਏ। ਇਹ ਸਭ ਅਕਾਲੀ ਦਲ ਤੇ ਕਾਂਗਰਸ ਦੀ ਦੇਣ ਆ ਤੁਹਾਨੂੰ। ਤੇ ਝਾੜੂ ਵਾਲਾ ਜਿੱਥੇ ਪਾਵਰ ਦੇ ਵਿੱਚ ਦਿੱਲੀ 'ਚ ਹੈਗਾ, ਜਿੱਥੇ ਆਪ ਖੁਦ ਮੁੱਖ ਮੰਤਰੀ ਆ, ਉੱਥੇ ਤਾਂ ਸਾਡੀ ਸਿੱਖਾਂ ਦੀ ਬੁੱਕਤ ਹੀ ਹੈ ਨਹੀਂ। ਸਰਸੇ ਵਾਲੇ ਨੂੰ ਉਹਨਾਂ ਨੇ ਬਾਹਰ ਕੱਢਤਾ, ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੇ। ਸਰਸੇ ਵਾਲੇ ਨੇ 2 ਸਾਲ ਲਾਏ ਆ ਤੇ ਉਹਨਾਂ ਨੂੰ 30 ਸਾਲ ਹੋ ਗਏ। ਗੁਲਾਮੀ ਸਮਝਦੇ ਕਿੱਥੇ ਆਈ ਬੈਠੀ ਆ। ਸਾਡੀ ਕਿਸੇ ਨੇ ਬਾਹ ਨਹੀਂ ਫੜਨੀ, ਸਾਨੂੰ ਆਪ ਹੀ ਅੱਗੇ ਆਉਣਾ ਪੈਣਾ। ਇੱਕ ਗੱਲ ਨੌਜਵਾਨ ਸੋਚਿਓ, ਤਰਨਤਾਰਨ ਸ਼ਹਿਰ, ਸ੍ਰੀ ਅੰਮ੍ਰਿਤਸਰ ਬਾਈਪਾਸ ਤੇ ਦਫ਼ਤਰ ਆ ਮੇਰਾ, ਤੇ 20 ਤਰੀਕ ਤੱਕ ਮੈਂ ਇੱਥੇ ਰਹਿਣਾ, ਤੁਹਾਡੇ ਕੋਲੇ ਰਹੂੰਗਾ ਤਾਂ ਸਾਰੀ ਉਮਰ ਹੀ। 20 ਤਰੀਕ ਤੱਕ ਸਾਡੀ ਐਕਟੀਵਿਟੀ ਚੱਲਣੀ ਆ। ਤੇ ਜਿਹਦੀ ਤਾਂ ਜ਼ਮੀਰ ਜਾਗਦੀ ਆ ਬਈ, ਜਿਹੜਾ ਤਾਂ ਜਿਉਂਦਾ, ਜਿਹਦੇ ਘਰੇ ਧੀ ਭੈਣ ਹੈਗੀ ਆ, ਜਿਹੜੇ ਮਾਪਿਓ ਦੇ ਘਰੇ ਨੌਜਵਾਨ ਬੱਚੇ ਹੈਗੇ ਆ, ਤੇ ਮਾੜੀ ਮੋਟੀ ਵੀ ਅਣਖ ਹੈਗੀ ਆ ਨਾ ਵੀ ਹਾਂ ਯਾਰ ਉਹ ਬੰਦਾ ਸਹੀ ਆ, ਤੇ ਇੱਥੇ ਆ ਜਾਓ ਚੁੱਪ ਕਰਕੇ, ਤੇ ਆਪਾਂ ਫਿਰ ਚੱਕ ਗਏ ਝੰਡੇ ਆਪਣੇ, ਤੁਰ ਗਏ ਤੇ ਆਪਾਂ ਲੀਡ ਕੱਢ ਗਏ। ਇਹ ਵਿਧਾਨ ਸਭਾ ਤੱਕ ਪਹੁੰਚਦਾ ਕਰ ਦੋ। MLA ਜਦੋਂ ਬਣ ਗਏ ਨਾ, ਇੱਕ ਪਟਾਕੇ ਵੇਖੀ ਪੈਂਦੇ ਜਿਹੜਾ ਕੰਮ ਧੱਕਾ ਕਰੂ ਕਿਸੇ ਨਾਲ। ਕਦੇ ਉਹਨਾਂ ਗਰੀਬ ਮਾਂ ਪਿਓ ਨੂੰ ਪੁੱਛਿਆ ਜਿਨ੍ਹਾਂ ਦੀ ਧੀ ਹਜੇ ਤੋਰ ਕੇ ਡੋਲੀ ਉਹ ਤੁਰਦੀ ਆ, ਤੇ 2 ਮਹੀਨਾ ਪਿੱਛੋਂ ਵਿਚੋਲਾ ਛੱਡ ਜਾਂਦਾ, ਉਹਦਾ ਸੱਸ ਸਹੁਰਾ ਤੇ ਘਰ ਵਾਲਾ ਵੀ ਨਹੀਂ ਆਉਂਦੇ, ਉਹ ਕਹਿੰਦੇ ਕੀ ਕਹਿੰਦੇ ਦਾਜ ਭਾਲਦੇ ਆ। ਕਦੇ ਪੁਲਿਸ ਥਾਣੇ ਗਏ ਆ ਤੁਸੀਂ? ਤੇ ਉਹ ਇਹ ਕਹਿ ਦਿੰਦੇ ਆ ਮੁਨਸ਼ੀ ਹੈ ਨੀ, SHO ਹੈ ਨੀ, ASC ਹੈ ਨੀ, ਡਿਪਟੀ ਸਾਹਿਬ ਹੈ ਨੀ, ਕੱਲ ਨੂੰ ਆਇਓ, ਪਰਸੋਂ ਆਇਓ। ਕਦੇ ਵਿਆਹੀ ਹੋਈ ਭੈਣ ਤੇ ਉਹਦੇ ਨਾਲ ਸਹੁਰੇ ਪਰਿਵਾਰ ਨੇ ਧੱਕਾ ਕੀਤਾ, ਕਦੇ ਇੱਕ MLA ਵੀ MP ਦਾ ਨਾਂ ਦਿਓ ਮੈਨੂੰ ਜਿਹਨੇ ਘਰ ਵਸਾਇਆ ਹੋਵੇ, ਦੱਸੋ। ਉਹ ਜਦੋਂ ਤੁਹਾਡੇ ਘਰ ਨਹੀਂ ਵਸਾਉਂਦੇ, ਇਹ ਤੁਹਾਡੀ ਨੌਜਵਾਨੀ ਵੱਲ ਧਿਆਨ ਨਹੀਂ, ਤੁਹਾਡੀਆਂ ਇੱਜ਼ਤਾਂ ਵੱਲ ਧਿਆਨ ਨਹੀਂ, ਤੁਹਾਡੇ ਧਰਮ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਨਹੀਂ, ਤੇ ਤੁਸੀਂ ਯਾਰ ਇਹਨਾਂ ਨੂੰ ਕਿਵੇਂ ਮੁਖੀ ਬਣਾਈ ਜਾਂਦੇ ਆ ਪੰਜਾਬ ਦੇ? ਪੰਜਾਬੀਓ ਇੱਕ ਗੱਲ ਯਾਦ ਰੱਖੋ, ਮੌਕਾ ਵਾਰ-ਵਾਰ ਨਹੀਂ ਜੇ ਆਉਂਦਾ, ਮੁੱਦਾ ਕਰ ਦੋ ਸਿਸਟਮ ਸਾਰਾ। 20 ਤਰੀਕ ਨੂੰ ਵੋਟਾਂ, ਤੇ ਸਾਰਿਆਂ ਨੇ ਧਿਆਨ ਦੇਣਾ ਇਸ ਗੱਲ ਵੱਲ, ਠੀਕ ਆ? ਤੇ ਸਾਰਿਆਂ ਨੇ ਵੀਡੀਓ ਸ਼ੇਅਰ ਕਰਨੀ ਆ। ਤਰਨਤਾਰਨ ਸ਼ਹਿਰ ਦੇ ਜਿਹੜੇ ਵੀਰ ਭੈਣ ਸਾਡੇ ਨਾਲ ਜੁੜੇ ਆ, 20 ਤਰੀਕ ਤੱਕ ਉਹਨਾਂ ਨੇ ਸਾਰਿਆਂ ਨੇ WhatsApp ਗਰੁੱਪਾਂ 'ਚ, ਸਾਰਿਆਂ ਨੇ ਫੇਸਬੁੱਕਾਂ ਤੇ, ਸਾਰਿਆਂ ਨੇ ਇੰਸਟਾਗ੍ਰਾਮਾਂ ਤੇ ਰੋਜ਼ ਪੇਜ ਉਹ ਪਾਉਣਾ ਮੇਰਾ ਪੋਸਟਰ, ਜਿਹੜੇ ਸਾਨੂੰ ਚਾਹੁੰਦੇ ਆ ਵੀ ਵੋਟ ਪਾਉਣੀ ਆ, ਚੋਣ ਨਿਸ਼ਾਨ ਸਮੁੰਦਰੀ ਜਹਾਜ਼। ਤੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਤੇ ਫੜਾ ਦੋ। ਇਹ ਗੱਲਾਂ ਤਾਂ ਕੌੜੀਆਂ ਪਰ ਹੈ ਸੱਚੀਆਂ। ਅੱਜ ਤੁਹਾਡੇ ਕੋਲੇ ਸਮਾਂ ਪੰਜਾਬੀਓ, ਜੋ ਸੋਚੋਗੇ ਉਹ ਹੋ ਜਾਊਗਾ। ਜੇ ਲਾਲਚ ਕਰੋਗੇ ਤੇ ਲਾਲਚੀ ਬੰਦੇ ਜ਼ਰੂਰ ਮਿਲਣਗੇ, ਤੇ ਜੇ ਅੱਜ ਤੁਸੀਂ ਕੁਰਬਾਨੀ ਦੇ ਦੋਗੇ ਨਾ, ਅੱਜ ਸਾਡਾ ਸਾਥ ਦੇ ਦੋਗੇ, ਤੇ ਤੁਹਾਡੇ ਰਿਣੀ ਰਵਾਂਗੇ, ਤੇ ਤੁਹਾਡੇ ਲਈ ਜਾਨ ਕੁਰਬਾਨ ਕਰ ਦਿਆਂਗੇ। ਗਰਾਊਂਡ 'ਚ ਰਵਾਂਗੇ, ਗਰਾਊਂਡ 'ਚ ਕਦੇ ਤੁਹਾਡੇ ਮੂਹਰ ਦੀ ਲੰਘਦੇ ਨਹੀਂ ਅਸੀਂ ਧੌਣ ਚੱਕ ਕੇ। ਅਸੀਂ ਤੁਹਾਡੇ ਨੌਕਰ ਹੋਵਾਂਗੇ ਜਿੱਦੇ ਤੁਸੀਂ ਸਾਨੂੰ ਇਹ ਨੌਕਰੀ ਦੇਤੀ। ਅਸੀਂ ਲੀਡਰ ਨਹੀਂ ਹੋਵਾਂਗੇ। ਪਰ ਇਹ ਗੱਲ ਉਹਨਾਂ ਲੀਡਰਾਂ ਨੇ ਨਹੀਂ ਆਖਣੀ, ਨਾ ਮੰਨਣੀ ਆ। ਬਹੁਤ ਲੰਮੀ ਵੀਡੀਓ ਹੋ ਗਈ, ਪੋਸਟ ਨਹੀਂ ਹੁੰਦੀ ਫਿਰ। ਮੈਂ ਸਭ ਦਾ ਧੰਨਵਾਦ ਕਰਦਾ। ਸਾਰਿਆਂ ਨੇ ਵੀਡੀਓ ਤੇ ਸਾਡੇ ਸਾਰੇ ਪੋਸਟਰ ਸ਼ੇਅਰ ਕਰਕੇ ਤੇ ਸਾਰਿਆਂ ਨੂੰ ਆਪਦੀ ਜ਼ਿੰਮੇਵਾਰੀ ਸਮਝ ਕੇ ਸਪੋਰਟ ਕਰਨ ਲਈ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।